ਦੋਸਤੋ, ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਕੁਝ ਲੋਕਾਂ ਦੇ ਲਈ ਪਰਮਾਤਮਾ ਹੈ ਤੇ ਕੁਝ ਲੋਕਾਂ ਦੇ ਲਈ ਪਰਮਾਤਮਾ ਹੈ ਹੀ ਨਹੀਂ। ਤੇ ਕੁਝ ਲੋਕ ਤਾਂ ਹੰਕਾਰ ਵਿੱਚ ਆ ਕੇ ਰੱਬ ਨੂੰ ਟੱਬ ਦੱਸਦੇ ਹਨ। ਕੁਝ ਲੋਕ ਉਸ ਨੂੰ ਦੇਖਣ ਦੇ ਲਈ, ਆਪਣੀਆਂ ਮੰਗਾਂ ਮਨਵਾਉਣ ਦੇ ਲਈ ਵਾਧੂ ਦਾਨ ਚੜਾਵੇ ਚੜਾਉਂਦੇ ਹਨ, ਲੋਕ ਵਿਖਾਵਾ ਕਰਦੇ ਹਨ। ਪਰ ਉਹ ਪਰਮਾਤਮਾ ਸਿਰਫ ਇਨਸਾਨ ਦੀ ਸੱਚੀ ਭਗਤੀ ਤੇ ਸਾਫ਼ ਨੀਅਤ ਦੇਖਦਾ ਹੈ। ਉਸ ਨੂੰ ਇਸ ਦੇ ਨਾਲ ਕੋਈ ਵਾਸਤਾ ਨਹੀਂ ਹੈ ਕਿ ਤੁਸੀਂ ਵੈਲ ਐਜੂਕੇਟਡ ਹੋ, ਅਨਪੜ੍ਹ ਹੋ, ਗਰੀਬ ਹੋ ਜਾਂ ਅਮੀਰ ਹੋ। ਉਹ ਤਾਂ ਬਸ ਆਪਣੇ ਭਗਤ ਦੀ ਸੱਚੀ ਭਗਤੀ ਦੇਖਦਾ ਹੈ, ਸ਼ਰਧਾ ਦੇਖਦਾ ਹੈ। ਇਸ ਤੇ ਆਧਾਰਿਤ ਇਹ ਕਹਾਣੀ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਹ ਕਹਾਣੀ ਹੈ ਇੱਕ ਸੱਚੇ ਭਗਤ ਦੀ। ਬ੍ਰਿਜ ਮੰਡਲ ਦੇ ਕੋਲ ਇੱਕ ਪਿੰਡ ਸੀ। ਉਸ ਪਿੰਡ ਵਿੱਚ ਇੱਕ ਵਾਰ ਇੱਕ ਮਹਾਤਮਾ ਭਗਵਤ ਗੀਤਾ ਦੀ ਕਥਾ ਕਰਨ ਵਾਸਤੇ ਆਏ। ਬਹੁਤ ਵਧੀਆ ਕਥਾ ਸ਼ੁਰੂ ਹੋਈ। ਕਥਾ ਦੇ 5ਵੇਂ ਦਿਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਵਰਣਨ ਹੋਇਆ। ਉਸ ਪਿੰਡ ਦਾ ਇੱਕ ਗਵਾਰ ਵਿਅਕਤੀ ਉਸ ਦਿਨ ਕਥਾ ਸੁਣਨ ਵਾਸਤੇ ਆਇਆ। ਜਦੋਂ ਉਸਨੇ ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਵਰਣਨ ਸੁਣਿਆ, ਉਸ ਦੇ ਰੂਪ ਦੇ ਬਾਰੇ ਸੁਣਿਆ, ਉਸ ਦੀਆਂ ਨਟਖਟ ਹਰਕਤਾਂ ਤੇ ਮਸਤੀਆਂ ਦੇ ਬਾਰੇ ਸੁਣਿਆ, ਤਾਂ ਉਹ ਵਿਅਕਤੀ ਆਪਣੀ ਸੁੱਧ-ਬੁੱਧ ਖੋ ਬੈਠਾ ਤੇ ਕ੍ਰਿਸ਼ਨ ਦੇ ਉਸ ਰੂਪ ਦੀ ਕਲਪਨਾ ਕਰਕੇ ਉਸ ਵਿੱਚ ਲੀਨ ਹੋ ਗਿਆ। ਉਸਨੇ ਸੋਚਿਆ ਕਿ ਇਹ ਕ੍ਰਿਸ਼ਨ ਕਿੰਨਾ ਸੁੰਦਰ ਬਾਲਕ ਹੈ, ਕਿੰਨਾ ਕੋਮਲ ਹੈ, ਕਿੰਨਾ ਪਿਆਰਾ ਬਾਲਕ ਹੈ, ਤੇ ਇਹ ਲੋਕ ਉਸਦੇ ਕੋਲੋਂ ਗਾਵਾਂ ਚਰਾਉਣ ਦਾ ਕੰਮ ਕਰਾਉਂਦੇ ਹਨ ਤੇ ਉਹ ਨੰਗੇ ਪੈਰੀ ਵਿਚਾਰਾ ਜੰਗਲ ਵਿੱਚ ਗਾਵਾਂ ਚਰਾਉਣ ਦੇ ਲਈ ਜਾਂਦਾ ਹੈ। ਇਹ ਤਾਂ ਬਹੁਤ ਗਲਤ ਗੱਲ ਹੈ। ਉਸ ਸਿੱਧੇ ਸਾਦੇ ਵਿਅਕਤੀ ਨੇ ਸੋਚਿਆ ਕਿ ਮੈਂ ਵਰਿੰਦਾਵਨ ਜਾਵਾਂਗਾ, ਕ੍ਰਿਸ਼ਨ ਨੂੰ ਮਿਲਾਂਗਾ ਤੇ ਹੁਣ ਤੋਂ ਉਸ ਨੂੰ ਗਾਵਾਂ ਚਰਾਉਣ ਦੇ ਲਈ ਨਹੀਂ ਜਾਣ ਦੇਵਾਂਗਾ। ਹੁਣ ਤੋਂ ਉਸ ਦਾ ਇਹ ਕੰਮ ਮੈਂ ਕਰਿਆ ਕਰਾਂਗਾ। ਇਹਨਾਂ ਗੱਲਾਂ ਦਾ ਵਿਚਾਰ ਮਨ ਵਿੱਚ ਰੱਖ ਕੇ ਉਹ ਵਿਅਕਤੀ ਵਰਿੰਦਾਵਨ ਨੂੰ ਚੱਲ ਪਿਆ। ਉਹ ਗਵਾਰ ਸੀ, ਸਿੱਧਾ ਸਾਦਾ ਸੀ। ਉਸਦੀ ਆਪਣੇ ਘਰ ਵਿੱਚ ਵੀ ਇੰਨੀ ਜ਼ਿਆਦਾ ਬੁੱਕਤ ਨਹੀਂ ਸੀ ਤਾਂ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ ਕਿ ਉਹ ਕਿੱਧਰ ਚਲਾ ਗਿਆ। ਉਹ ਚਲਦੇ ਚਲਦੇ ਵਰਿੰਦਾਵਨ ਪਹੁੰਚ ਗਿਆ ਤੇ ਜਦੋਂ ਉਹ ਵਰਿੰਦਾਵਨ ਪਹੁੰਚਿਆ ਤਾਂ ਇੱਕ ਸਾਧੂ ਨੂੰ ਮਿਲਿਆ। ਉਸਨੇ ਉਸ ਸਾਧੂ ਤੋਂ ਪੁੱਛਿਆ ਕਿ ਇਹ ਕ੍ਰਿਸ਼ਨ ਤੇ ਬਲਰਾਮ ਕਿੱਥੇ ਰਹਿੰਦੇ ਹਨ ਤੇ ਤੁਸੀਂ ਲੋਕ ਬੜੇ ਨਿਰਦਈ ਹੋ, ਇੰਨੇ ਨਾਜ਼ੁਕ ਤੇ ਕੋਮਲ ਬਾਲਕਾਂ ਤੋਂ ਗਾਵਾਂ ਚਰਾਉਣ ਦਾ ਕੰਮ ਕਰਾਉਂਦੇ ਹੋ। ਚਲੋ ਮੈਨੂੰ ਦੱਸੋ ਗਊਸ਼ਾਲਾ ਕਿੱਥੇ ਹੈ ਤੇ ਉਹ ਦੋਵੇਂ ਜਾਣੇ ਕੀ ਕਰ ਰਹੇ ਹਨ। ਉਸ ਸਾਧੂ ਦੇ ਕੋਲ ਵੀ ਇੱਕ ਗਊਸ਼ਾਲਾ ਸੀ। ਉਸਨੇ ਮਨ ਹੀ ਮਨ ਸੋਚਿਆ ਕਿ ਇਹ ਚੰਗਾ ਮੂਰਖ ਟੱਕਰ ਗਿਆ ਹੈ, ਇਸ ਨੂੰ ਆਪਣੀ ਗਊਸ਼ਾਲਾ ਵਿੱਚ ਰੱਖ ਲੈਂਦਾ ਹਾਂ। ਦਿਨ ਭਰ ਗਾਵਾਂ ਚਰਾਵੇਗਾ, ਇੱਥੇ ਹੀ ਪਿਆ ਰਹੇਗਾ, ਕੋਈ ਪੈਸਾ ਵੀ ਨਹੀਂ ਦੇਣਾ ਪਵੇਗਾ, ਬਸ 2 ਵਕਤ ਦੀ ਰੋਟੀ ਹੀ ਦੇਣੀ ਪਵੇਗੀ। ਸਾਧੂ ਨੇ ਉਸ ਵਿਅਕਤੀ ਨੂੰ ਕਿਹਾ, ਬਈ ਠੀਕ ਹੈ, ਅੱਜ ਤੋਂ ਤੂੰ ਮੇਰੀਆਂ ਗਾਵਾਂ ਚਰਾ ਲਿਆ ਕਰੀ, ਮੈਂ ਕ੍ਰਿਸ਼ਨ ਨੂੰ ਗਾਵਾਂ ਚਰਾਉਣ ਦੇ ਲਈ ਨਹੀਂ ਭੇਜਦਾ। ਤਾਂ ਉਸ ਵਿਅਕਤੀ ਨੇ ਕਿਹਾ, ਬਿਲਕੁਲ, ਕ੍ਰਿਸ਼ਨ ਵਰਗੇ ਕੋਮਲ ਬਾਲਕ ਨੂੰ ਤੁਸੀਂ ਗਾਵਾਂ ਚਰਾਉਣ ਦੇ ਲਈ ਅੱਜ ਤੋਂ ਨਹੀਂ ਭੇਜੋਗੇ। ਤੁਹਾਡਾ ਜੋ ਵੀ ਕੰਮ ਹੋਵੇਗਾ ਤੁਸੀਂ ਮੈਨੂੰ ਦੱਸੋ, ਮੈਂ ਖੁਸ਼ ਹੋ ਕੇ ਕਰਾਂਗਾ। ਇਸ ਤਰ੍ਹਾਂ ਉਹ ਵਿਅਕਤੀ ਗਊਸ਼ਾਲਾ ਵਿੱਚ ਰਹਿਣ ਲੱਗਾ। ਉਹ ਰੋਜ਼ਾਨਾ ਸਵੇਰੇ ਸਵੇਰੇ ਗਾਵਾਂ ਲੈ ਕੇ ਜੰਗਲ ਵਿੱਚ ਚਰਾਉਣ ਦੇ ਲਈ ਨਿਕਲ ਜਾਂਦਾ ਤੇ ਸਾਧੂ ਉਸ ਦੇ ਲਈ ਕਿਸੇ ਦੇ ਹੱਥ ਰੋਟੀ ਭੇਜ ਦਿੰਦਾ। ਫਿਰ ਸ਼ਾਮ ਵੇਲੇ ਉਹ ਗਾਵਾਂ ਚਰਾ ਕੇ ਵਾਪਸ ਗਊਸ਼ਾਲਾ ਆ ਜਾਂਦਾ। ਇਹੀ ਉਸ ਦੀ ਦਿਨਚਰਿਆ ਬਣ ਗਈ ਸੀ। ਇੱਕ ਦਿਨ ਉਸ ਵਿਅਕਤੀ ਦੇ ਲਈ ਰੋਟੀ ਲੈ ਕੇ ਕੋਈ ਨਹੀਂ ਗਿਆ। ਉਹ ਜੰਗਲ ਵਿੱਚ ਗਾਵਾਂ ਚਰਾਉਂਦੇ ਚਰਾਉਂਦੇ ਇਹ ਵਿਚਾਰ ਕਰਨ ਲੱਗਾ ਕਿ ਅੱਜ ਕੋਈ ਰੋਟੀ ਲੈ ਕੇ ਨਹੀਂ ਆਇਆ। ਉਹ ਖੜਾ ਇਹ ਸੋਚ ਹੀ ਰਿਹਾ ਸੀ ਕਿ ਉਸਨੇ ਦੇਖਿਆ ਕਿ ਇੱਕ ਬਹੁਤ ਸੁੰਦਰ ਬਾਲਕ ਜਿਸਨੇ ਬਹੁਤ ਸੋਹਣੀ ਪੋਸ਼ਾਕ ਪਹਿਨੀ ਹੋਈ ਹੈ ਉਸ ਦੇ ਵੱਲ ਤੁਰਦਾ ਆ ਰਿਹਾ ਹੈ। ਇਹ ਉਹੀ ਬਾਲਕ ਸੀ ਜਿਸ ਦੀ ਉਸ ਭੋਲੇ ਆਦਮੀ ਨੇ ਕਲਪਨਾ ਕੀਤੀ ਸੀ। ਕ੍ਰਿਸ਼ਨ ਦੇ ਜਿਸ ਬਾਲ ਰੂਪ ਦੀ ਉਸਨੇ ਕਲਪਨਾ ਕੀਤੀ ਸੀ, ਉਹ ਰੂਪ ਵਿੱਚ ਭਗਵਾਨ ਕ੍ਰਿਸ਼ਨ ਉਸ ਦੇ ਵੱਲ ਤੁਰਦੇ ਆ ਰਹੇ ਸੀ। ਉਸ ਰੂਪ ਨੂੰ ਦੇਖ ਕੇ ਉਹ ਵਿਅਕਤੀ ਇੱਕਦਮ ਮੋਹਿਤ ਹੋ ਗਿਆ ਤੇ ਫਿਰ ਉਸਨੇ ਕਿਹਾ ਕਿ ਕ੍ਰਿਸ਼ਨਾ, ਮੈਂ ਮਹਾਰਾਜ ਨੂੰ ਮਨਾ ਕੀਤਾ ਸੀ ਕਿ ਤੈਨੂੰ ਗਾਵਾਂ ਚਰਾਉਣ ਦੇ ਲਈ ਜੰਗਲ ਵਿੱਚ ਨਾ ਭੇਜੇ, ਫਿਰ ਵੀ ਉਹਨਾਂ ਨੇ ਤੈਨੂੰ ਮੇਰੀ ਰੋਟੀ ਦੇ ਕੇ ਭੇਜ ਦਿੱਤਾ। ਚੱਲ ਹੁਣ ਰੋਟੀ ਮੈਨੂੰ ਦੇ ਤੇ ਤੂੰ ਇੱਥੋਂ ਤੁਰੰਤ ਵਾਪਸ ਚਲਾ ਜਾ। ਤੂੰ ਕਿੰਨਾ ਕੋਮਲ ਹੈ, ਜੰਗਲ ਵਿੱਚ ਜੇਕਰ ਤੇਰੇ ਕੰਡਾ ਵੀ ਚੁੱਭ ਗਿਆ ਤਾਂ ਤੈਨੂੰ ਕਿੰਨੀ ਤਕਲੀਫ ਹੋਵੇਗੀ ਤੇ ਤੈਨੂੰ ਤਕਲੀਫ ਵਿੱਚ ਦੇਖ ਕੇ ਮੈਨੂੰ ਬਹੁਤ ਤਕਲੀਫ ਹੋਵੇਗੀ। ਤਾਂ ਉਸ ਆਦਮੀ ਦੀ ਗੱਲ ਸੁਣ ਕੇ ਕ੍ਰਿਸ਼ਨ ਜੀ ਮੁਸਕਰਾਉਣ ਲੱਗੇ। ਇਸ ਤਰ੍ਹਾਂ ਉਸ ਸਿੱਧੇ ਸਾਦੇ ਵਿਅਕਤੀ ਨੇ ਬਾਲ ਗੋਪਾਲ ਨੂੰ ਵੀ ਡਾਂਟ ਫਟਕਾਰ ਕੇ ਉੱਥੋਂ ਭਜਾ ਦਿੱਤਾ ਤੇ ਭਜਦੇ ਭਜਦੇ ਕ੍ਰਿਸ਼ਨ ਜੀ ਦਾ ਸਾਫਾ ਉੱਥੇ ਡਿੱਗ ਪਿਆ। ਉਸ ਵਿਅਕਤੀ ਨੇ ਸਾਫਾ ਚੁੱਕਿਆ ਤੇ ਜਦੋਂ ਸ਼ਾਮ ਵੇਲੇ ਵਾਪਸ ਆਇਆ ਤਾਂ ਗਾਵਾਂ ਨੂੰ ਗਊਸ਼ਾਲਾ ਵਿੱਚ ਛੱਡ ਕੇ ਸਿੱਧਾ ਉਸ ਸਾਧੂ ਦੇ ਕੋਲ ਗਿਆ ਤੇ ਉਸ ਉੱਤੇ ਚਿਲਾਉਂਦਾ ਹੋਇਆ ਬੋਲਿਆ ਕਿ ਮਹਾਰਾਜ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਕ੍ਰਿਸ਼ਨ ਨੂੰ ਤੁਸੀਂ ਗਾਵਾਂ ਚਰਾਉਣ ਦੇ ਲਈ ਨਹੀਂ ਭੇਜੋਗੇ ਜਾਂ ਫਿਰ ਜੰਗਲ ਵਿੱਚ ਨਹੀਂ ਭੇਜੋਗੇ, ਤੇ ਅੱਜ ਤੁਸੀਂ ਉਸ ਦੇ ਹੱਥ ਮੇਰੇ ਲਈ ਰੋਟੀ ਕਿਉਂ ਭੇਜੀ। ਤਾਂ ਉਸ ਸਾਧੂ ਨੇ ਕਿਹਾ, ਇਹ ਕੀ ਬਕਵਾਸ ਕਰ ਰਿਹਾ ਹੈ ਤੂੰ। ਤਾਂ ਉਸ ਵਿਅਕਤੀ ਨੇ ਬਾਲ ਗੋਪਾਲ ਦਾ ਸਾਫਾ ਸਾਧੂ ਨੂੰ ਦਿਖਾਇਆ। ਸਾਫੇ ਨੂੰ ਦੇਖ ਕੇ ਉਸ ਸਾਧੂ ਨੇ ਹੱਥ ਜੋੜ ਲਏ। ਉਹ ਸਮਝ ਗਿਆ ਕਿ ਕ੍ਰਿਸ਼ਨ ਜੀ ਦਾ ਸੱਚਾ ਭਗਤ ਹੈ, ਇਸ ਨੂੰ ਮੇਰੇ ਕੋਲ ਨਹੀਂ ਬਲਕਿ ਗੁਸਾਈ ਜੀ ਦੇ ਕੋਲ ਹੋਣਾ ਚਾਹੀਦਾ ਹੈ। ਤੇ ਫਿਰ ਉਹ ਵਿਅਕਤੀ ਉਸ ਨੂੰ ਗੁਸਾਈ ਜੀ ਦੇ ਕੋਲ ਲੈ ਗਿਆ। ਗੁਸਾਈ ਜੀ ਨੇ ਉਸ ਵਿਅਕਤੀ ਨੂੰ ਦੇਖਿਆ ਤੇ ਪੁੱਛਿਆ ਕਿ ਇਹ ਕੀ ਕੰਮ ਕਰ ਸਕਦਾ ਹੈ। ਤਾਂ ਫਿਰ ਸਾਧੂ ਨੇ ਕਿਹਾ, ਕੋਈ ਵੀ ਕੰਮ ਦੇ ਦਿਓ, ਛੋਟਾ ਮੋਟਾ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਇਹ ਬਾਲ ਗੋਪਾਲ ਦਾ ਸੱਚਾ ਭਗਤ ਹੈ। ਤਾਂ ਗੁਸਾਈ ਜੀ ਬੋਲੇ, ਤਾਂ ਫਿਰ ਅੱਜ ਤੋਂ ਇਹ ਬਾਂਕੇ ਬਿਹਾਰੀ ਮੰਦਿਰ ਦੀ ਰਾਤ ਭਰ ਚੌਕੀਦਾਰੀ ਕਰੇਗਾ। ਇਸ ਪ੍ਰਕਾਰ ਉਸ ਭਗਤ ਨੂੰ ਬਾਂਕੇ ਬਿਹਾਰੀ ਮੰਦਿਰ ਦੀ ਚੌਕੀਦਾਰੀ ਦਾ ਕੰਮ ਮਿਲ ਗਿਆ। ਫਿਰ ਇੱਕ ਰਾਤ ਜਦੋਂ ਉਹ ਚੌਕੀਦਾਰੀ ਕਰ ਰਿਹਾ ਸੀ ਤਾਂ ਉਸ ਨੂੰ ਘੁੰਗਰੂ ਦੀ ਆਵਾਜ਼ ਸੁਣਾਈ ਦਿੱਤੀ ਜੋ ਮੰਦਿਰ ਦੇ ਵੱਲੋਂ ਆ ਰਹੀ ਸੀ। ਕੁਝ ਦੇਰ ਬਾਅਦ ਉਸਨੇ ਦੇਖਿਆ ਕਿ ਇੱਕ ਬਾਲਕ ਮੰਦਿਰ ਵਿੱਚੋਂ ਨਿਕਲ ਕੇ ਤੇਜ਼ੀ ਨਾਲ ਭੱਜਿਆ। ਇਹ ਦੇਖ ਕੇ ਉਹ ਇੱਕਦਮ ਚੌਂਕ ਗਿਆ ਤੇ ਫਿਰ ਉਸ ਦਾ ਪਿੱਛਾ ਕਰਨ ਲੱਗਾ, ਪਰ ਕੁਝ ਦੇਰ ਬਾਅਦ ਉਸ ਨੂੰ ਕੋਈ ਨਹੀਂ ਮਿਲਿਆ।
ਉਹ ਸੋਚਣ ਲੱਗਾ ਕਿ ਇਹ ਕੀ ਹੋਇਆ। ਕੁਝ ਦਿਨਾਂ ਬਾਅਦ ਰਾਤ ਦੇ ਸਮੇਂ ਫਿਰ ਉਹੀ ਬਾਲਕ ਮੰਦਰ ਚੋਂ ਬਾਹਰ ਨਿਕਲਿਆ, ਇੱਧਰ ਉੱਧਰ ਭੱਜਣ ਲੱਗਾ। ਉਸ ਵਿਅਕਤੀ ਨੇ ਉਸ ਨੂੰ ਰੋਕ ਲਿਆ। ਪਹਿਲਾਂ ਤਾਂ ਉਸ ਦੇ ਬਾਲ ਰੂਪ ਨੂੰ ਦੇਖ ਕੇ ਉਹ ਮੋਹਿਤ ਹੋ ਗਿਆ। ਜਿਸ ਬਾਲ ਰੂਪ ਦੀ ਲੋਕੀ ਪੂਜਾ ਕਰਦੇ ਹਨ, ਉਹੀ ਸੁੰਦਰ ਰੂਪ ਉਸ ਦੇ ਸਾਹਮਣੇ ਖੜਾ ਸੀ। ਤੇ ਫਿਰ ਉਸ ਵਿਅਕਤੀ ਨੇ ਕ੍ਰਿਸ਼ਨ ਨੂੰ ਪੁੱਛਿਆ ਕਿ ਤੂੰ ਇੱਧਰ ਕਿੱਧਰ ਜਾ ਰਿਹਾ ਹੈ, ਇਹ ਤਾਂ ਤੇਰੇ ਆਰਾਮ ਕਰਨ ਦਾ ਸਮਾਂ ਹੈ। ਤਾਂ ਕ੍ਰਿਸ਼ਨ ਨੇ ਕਿਹਾ ਕਿ ਮੈਂ ਨਿਧੀਵਨ ਜਾ ਰਿਹਾ ਹਾਂ। ਤਾਂ ਉਸ ਵਿਅਕਤੀ ਨੇ ਕਿਹਾ ਕਿ ਤੂੰ ਇੰਨਾ ਸੁੰਦਰ ਹੈ, ਇੰਨਾ ਕੋਮਲ ਹੈ, ਉੱਪਰੋਂ ਤੇਰੇ ਇੰਨਾ ਸਾਰਾ ਸ਼ਿੰਗਾਰ ਕੀਤਾ ਹੈ, ਇੰਨੇ ਸਾਰੇ ਗਹਿਣੇ ਪਾਏ ਹੋਏ ਹਨ, ਮੈਂ ਵੀ ਤੇਰੇ ਨਾਲ ਚੱਲਦਾ ਹਾਂ, ਕਿਤੇ ਤੈਨੂੰ ਕੋਈ ਲੁੱਟ ਨਾ ਲਵੇ। ਉਸ ਦੀਆਂ ਗੱਲਾਂ ਸੁਣ ਕੇ ਕ੍ਰਿਸ਼ਨ ਮੁਸਕਰਾਉਂਦੇ ਹਨ ਤੇ ਫਿਰ ਉਸ ਆਦਮੀ ਦੇ ਨਾਲ ਨਿਧੀਵਨ ਦੇ ਦਰਵਾਜ਼ੇ ਤੱਕ ਪਹੁੰਚਦੇ ਹਨ ਤੇ ਫਿਰ ਉਸ ਨੂੰ ਕਹਿੰਦੇ ਹਨ ਕਿ ਮੈਂ ਅੰਦਰ ਜਾ ਰਿਹਾ ਹਾਂ, ਮੇਰੇ ਮੁੜ ਕੇ ਆਉਣ ਤੱਕ ਤੂੰ ਮੇਰਾ ਇੱਥੇ ਹੀ ਇੰਤਜ਼ਾਰ ਕਰ। ਤਾਂ ਕ੍ਰਿਸ਼ਨ ਜੀ ਦੀ ਗੱਲ ਮੰਨ ਕੇ ਉਹ ਉੱਥੇ ਹੀ ਖੜਾ ਇੰਤਜ਼ਾਰ ਕਰਨ ਲੱਗ ਜਾਂਦਾ ਹੈ। ਕੁਝ ਦੇਰ ਬਾਅਦ ਉਸ ਵਿਅਕਤੀ ਨੂੰ ਬਹੁਤ ਹੀ ਮਧੁਰ ਬਾਂਸਰੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਇੰਨੀ ਮਿੱਠੀ ਬਾਂਸਰੀ ਉਸਨੇ ਕਦੇ ਨਹੀਂ ਸੁਣੀ ਸੀ। ਉਹ ਉਸ ਬਾਂਸਰੀ ਦੀ ਲੋਰ ਵਿੱਚ ਨਿਧੀਵਨ ਦੇ ਅੰਦਰ ਚਲਾ ਜਾਂਦਾ ਹੈ ਤਾਂ ਉਸਨੇ ਦੇਖਿਆ ਕਿ ਕ੍ਰਿਸ਼ਨ ਗੋਪੀਆਂ ਦੇ ਨਾਲ ਨ੍ਰਿਤ ਕਰ ਰਹੇ ਹਨ। ਉਦੋਂ ਹੀ ਉਸ ਵਿਅਕਤੀ ਨੇ ਸੋਚਿਆ ਕਿ ਹੇ ਰਾਮ, ਦਿਨ ਭਰ ਤਾਂ ਇਹ ਮੰਦਰ ਵਿੱਚ ਖੜਾ ਸਭ ਨੂੰ ਦਰਸ਼ਨ ਦਿੰਦਾ ਰਹਿੰਦਾ ਹੈ ਤੇ ਰਾਤ ਨੂੰ ਨ੍ਰਿਤ ਕਰ ਰਿਹਾ ਹੈ, ਇਹ ਆਰਾਮ ਕਦੋਂ ਕਰੇਗਾ। ਇਸੇ ਬੇਆਰਾਮੀ ਕਰਕੇ ਹੀ ਇਸ ਦਾ ਰੰਗ ਕਾਲਾ ਪੈ ਗਿਆ ਹੈ। ਤੇ ਉਧਰ ਕ੍ਰਿਸ਼ਨ ਜੀ ਆਪਣੇ ਨ੍ਰਿਤ ਵਿੱਚ ਮਸਤ ਸੀ ਤੇ ਨੱਚਦੇ ਨੱਚਦੇ ਉਹਨਾਂ ਦੇ ਗਲੇ ਦੀ ਮਾਲਾ ਟੁੱਟ ਜਾਂਦੀ ਹੈ। ਤਾਂ ਉਹ ਵਿਅਕਤੀ ਟੁੱਟੀ ਹੋਈ ਮਾਲਾ ਦੇ ਇੱਕ ਇੱਕ ਮੋਤੀ ਨੂੰ ਚੁਣ ਲੈਂਦਾ ਹੈ ਤੇ ਆਪਣੇ ਕੋਲ ਸੰਭਾਲ ਕੇ ਰੱਖ ਲੈਂਦਾ ਹੈ। ਤੇ ਜਦੋਂ ਅੰਮ੍ਰਿਤ ਵੇਲਾ ਹੋਣ ਵਾਲਾ ਹੁੰਦਾ ਹੈ ਤਾਂ ਜਿਵੇਂ ਹੀ ਕ੍ਰਿਸ਼ਨ ਜੀ ਨਿਧੀਵਨ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਨੇ ਦੇਖਿਆ ਕਿ ਉਹ ਵਿਅਕਤੀ ਉਹਨਾਂ ਨੂੰ ਗੁੱਸੇ ਦੇ ਨਾਲ ਪੁੱਛਦਾ ਹੈ ਕਿ ਕ੍ਰਿਸ਼ਨਾ, ਇਸ ਤਰ੍ਹਾਂ ਤਾਂ ਤੂੰ ਬਹੁਤ ਕਮਜ਼ੋਰ ਹੋ ਜਾਵੇਂਗਾ। ਦਿਨ ਭਰ ਮੰਦਰ ਵਿੱਚ ਖੜ ਕੇ ਦਰਸ਼ਨ ਦਿੰਦਾ ਹੈ ਤੇ ਰਾਤ ਵੇਲੇ ਨ੍ਰਿਤ ਕਰਦਾ ਹੈ, ਤੂੰ ਆਰਾਮ ਕਦੋਂ ਕਰੇਗਾ। ਚੱਲ ਹੁਣ ਜਲਦੀ ਭਵਨ ਵਿੱਚ ਜਾ ਕੇ ਆਰਾਮ ਕਰ ਲੈ, ਹੋਰ 2-3 ਘੰਟਿਆਂ ਨੂੰ ਤੈਨੂੰ ਦੇਖਣ ਵਾਲਿਆਂ ਦੀ ਮੰਦਰ ਵਿੱਚ ਵੀ ਲਾਈਨ ਲੱਗ ਜਾਵੇਗੀ। ਫਿਰ ਤੈਨੂੰ ਸੌਣ ਦਾ ਸਮਾਂ ਕਦੋਂ ਮਿਲੇਗਾ, ਤੇ ਫਿਰ ਜੇ ਤੈਨੂੰ ਸੌਣ ਦਾ ਸਮਾਂ ਨਹੀਂ ਮਿਲੇਗਾ ਤਾਂ ਤੇਰੀ ਤਬੀਅਤ ਖਰਾਬ ਹੋ ਜਾਵੇਗੀ। ਤਾਂ ਕ੍ਰਿਸ਼ਨ ਜੀ ਉਸ ਆਦਮੀ ਦੀ ਗੱਲ ਸੁਣ ਕੇ ਮੁਸਕਰਾਉਂਦੇ ਹਨ ਤੇ ਫਿਰ ਬਾਂਕੇ ਬਿਹਾਰੀ ਮੰਦਰ ਦੇ ਅੰਦਰ ਚਲੇ ਜਾਂਦੇ ਹਨ ਤੇ ਉਹ ਆਦਮੀ ਚੌਕੀਦਾਰ ਦੇ ਰੂਪ ਵਿੱਚ ਬਾਹਰ ਖੜ ਕੇ ਪਹਿਰਾ ਦੇਣ ਲੱਗਦਾ ਹੈ। ਤਕਰੀਬਨ 1 ਘੰਟੇ ਬਾਅਦ ਗੁਸਾਈ ਜੀ ਉੱਥੇ ਆਉਂਦੇ ਹਨ ਤਾਂ ਉਹ ਵਿਅਕਤੀ ਗੁਸਾਈ ਜੀ ਨੂੰ ਕਹਿੰਦਾ ਹੈ ਕਿ ਗੁਸਾਈ ਜੀ, ਇਹ ਕ੍ਰਿਸ਼ਨ ਦਿਨ ਭਰ ਤਾਂ ਮੰਦਰ ਵਿੱਚ ਖੜ ਕੇ ਭਗਤਾਂ ਨੂੰ ਦਰਸ਼ਨ ਦਿੰਦਾ ਹੈ ਤੇ ਰਾਤ ਦਾ ਗਿਆ ਹੋਇਆ ਨਿਧੀਵਨ ਵਿੱਚੋਂ ਹੁਣੇ ਹੀ ਵਾਪਸ ਆਇਆ ਹੈ ਤੇ ਤੁਸੀਂ ਆਰਤੀ ਕਰਕੇ ਉਸ ਨੂੰ ਫਿਰ ਤੋਂ ਜਗਾ ਦੇਵੋਗੇ ਤਾਂ ਫਿਰ ਇਹ ਸੌਵੇਗਾ ਕਦੋਂ। ਤਾਂ ਗੁਸਾਈ ਜੀ ਉਸ ਆਦਮੀ ਦੀ ਗੱਲ ਸੁਣ ਕੇ ਹੈਰਾਨ ਹੁੰਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਲੱਗਦਾ ਹੈ ਤੂੰ ਰਾਤ ਭਰ ਦਾ ਸੁੱਤਾ ਨਹੀਂ। ਤਾਂ ਉਸ ਵਿਅਕਤੀ ਨੇ ਕਿਹਾ ਕਿ ਕਿੱਥੋਂ ਸੌਂਦਾ, ਮੈਂ ਤਾਂ ਰਾਤ ਭਰ ਕ੍ਰਿਸ਼ਨ ਦੀ ਰਾਸਲੀਲਾ ਦੇਖਣ ਵਿੱਚ ਮਗਨ ਸੀ। ਇਹ ਦੇਖੋ, ਨਿਧੀਵਨ ਵਿੱਚ ਨੱਚਦੇ ਨੱਚਦੇ ਉਹਨਾਂ ਦੇ ਗਲ ਦੀ ਮਾਲਾ ਟੁੱਟ ਗਈ ਸੀ। ਗੁਸਾਈ ਜੀ ਨੇ ਸੋਚਿਆ ਕਿ ਇਸਨੇ ਕੋਈ ਸੁਪਨਾ ਦੇਖਿਆ ਹੋਵੇਗਾ। ਜਿਵੇਂ ਹੀ ਉਹਨਾਂ ਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੂੰ ਇੱਕ ਤੇਜ਼ ਪ੍ਰਕਾਸ਼ ਨਜ਼ਰ ਆਇਆ। ਗੁਸਾਈ ਜੀ ਸਮਝ ਗਏ, ਉਹਨਾਂ ਨੇ ਹੱਥ ਜੋੜ ਲਏ ਤੇ ਉਸ ਵਿਅਕਤੀ ਨੂੰ ਕਿਹਾ ਕਿ ਤੇਰੀ ਭਗਤੀ ਬਹੁਤ ਸੱਚੀ ਸੁੱਚੀ ਹੈ। ਤੇ ਉਸ ਦਿਨ ਤੋਂ ਹੀ ਬਾਂਕੇ ਬਿਹਾਰੀ ਮੰਦਰ ਦੇ ਵਿੱਚ ਅੰਮ੍ਰਿਤ ਵੇਲੇ ਦੀ ਆਰਤੀ ਨਹੀਂ ਹੁੰਦੀ। ਦੋਸਤੋ, ਪਰਮਾਤਮਾ ਨੂੰ ਸਾਡੇ ਦਾਨ ਚੜਾਵੇ ਜਾਂ ਸ਼ੋਸ਼ੇਬਾਜ਼ੀਆਂ ਦੀ ਜ਼ਰੂਰਤ ਨਹੀਂ ਹੈ। ਉਹ ਸਿਰਫ ਸਾਡੀ ਸਾਫ਼ ਨੀਅਤ ਦੇਖਦਾ ਹੈ, ਸੱਚੀ ਭਗਤੀ ਦੇਖਦਾ ਹੈ। ਤੁਸੀਂ ਵੀ ਸਾਫ਼ ਨੀਅਤ ਦੇ ਨਾਲ ਉਸ ਅਕਾਲ ਪੁਰਖ ਦੀ ਸੱਚੀ ਸੁੱਚੀ ਭਗਤੀ ਕਰੋ, ਤੁਹਾਡੇ ਉੱਤੇ ਵੀ ਉਸ ਅਕਾਲ ਪੁਰਖ ਦੀ ਕਿਰਪਾ ਜ਼ਰੂਰ ਹੋਵੇਗੀ। ਤੁਹਾਨੂੰ ਵੀ ਉਸ ਦੇ ਨੂਰਾਨੀ ਰੂਪ ਦੇ ਦਰਸ਼ਨ ਜ਼ਰੂਰ ਹੋਣਗੇ। ਸੋ ਦੋਸਤੋ, ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। ਸੋ ਦੋस्तों, इसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।